ਮੈਂ ਕੈਨੇਡਾ ਵਰਗੇ ਦੇਸ਼ 'ਚ ਜੇਲ੍ਹ 'ਚ ਜੇਲਰ ਸੀ ਤੇ ਜ਼ਿਆਦਾਤਰ ਜੇਲ੍ਹ 'ਚ ਮੇਰੀ ਨਾਈਟ ਡਿਊਟੀ ਲੱਗਦੀ ਸੀ। ਇੱਕ ਰਾਤ ਇੱਕ ਮੁਲਜ਼ਮ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਤੇ ਬੋਲੀ, ਮੇਰੇ ਬੱਚੇ ਨੂੰ ਤੁਸੀਂ ਰੱਖ ਲਓ, ਕਿਉਂਕਿ ਉਹ ਨਹੀਂ ਚਾਹੁੰਦੀ ਕਿ ਜੇਲ੍ਹ ਵਿੱਚ ਉਸ ਦਾ ਬੱਚਾ ਰਹੇ। ਮੈਂ ਬੇਔਲਾਦ ਸੀ, ਜਿਸ ਕਰਕੇ ਉਸ ਬੱਚੇ ਨੂੰ ਲੁਕਾ ਕੇ ਘਰ ਲੈ ਆਈ। ਪਰ ਬੱਚੇ ਦੀ ਸ਼ਕਲ ਦੇਖ ਕੇ ਮੇਰਾ ਪਤੀ ਰੋਣ ਲੱਗਿਆ ਤੇ ਬੋਲਿਆ, ਜਲਦੀ ਦੇਣੇ ਇਸ ਬੱਚੇ ਨੂੰ ਉਸ ਦੀ ਮਾਂ ਕੋਲ ਛੱਡ ਆ। ਮੈਂ ਮਜਬੂਰ ਹੋ ਕੇ ਵਾਪਸ ਜੇਲ੍ਹ ਗਈ ਤਾਂ ਸਿਰ ਤੇ ਅਸਮਾਨ ਟੁੱਟ ਪਿਆ ਜਦੋਂ ਦੇਖਿਆ ਕਿ ਉਸ ਦੀ ਮਾਂ ਤਾਂ। ਮੇਰਾ ਨਾਮ ਹਰਪ੍ਰੀਤ ਕੌਰ ਹੈ। ਮੇਰੀ ਜ਼ਿੰਦਗੀ ਦੀ ਕਹਾਣੀ ਬੜੀ ਅਜੀਬੋ-ਗਰੀਬ ਹੈ। ਮੇਰੀ ਜ਼ਿੰਦਗੀ 'ਚ ਮੇਰਾ ਬਚਪਨ, ਜਵਾਨੀ ਤੇ ਉਮਰ ਦਾ ਇਹ ਹਿੱਸਾ ਬਾਕੀ ਲੜਕੀਆਂ ਨਾਲੋਂ ਕੁਝ ਵੱਖਰਾ ਹੈ। ਇਸ ਲਈ ਮੈਂ ਆਪਣੀ ਕਹਾਣੀ ਅੱਜ ਤੁਹਾਡੇ ਸਾਰਿਆਂ ਨੂੰ ਸੁਣਾਉਣ ਜਾ ਰਹੀ ਹਾਂ। ਸ਼ੁਰੂਆਤ ਆਪਣੇ ਮਾਤਾ-ਪਿਤਾ ਦੀ ਜ਼ਿੰਦਗੀ ਤੋਂ ਕਰਾਂਗੀ। ਮੇਰੇ ਪਿਤਾ ਜੀ ਪੰਜਾਬ ਤੋਂ ਕਾਰੋਬਾਰ ਦੇ ਸਿਲਸਿਲੇ ਵਿੱਚ ਕੈਨੇਡਾ ਗਏ ਸਨ। ਉਹਨਾਂ ਨੇ ਉੱਥੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਗੁਜ਼ਾਰੇ ਤੇ ਉੱਥੇ ਹੀ ਮਾਂ ਨਾਲ ਉਸਦਾ ਦਾ ਵਿਆਹ ਵੀ ਹੋਇਆ। ਮੇਰੀ ਮਾਂ ਕੈਨੇਡਾ ਦੀ ਇੱਕ ਬਹੁਤ ਖੂਬਸੂਰਤ ਔਰਤ ਸੀ। ਮੇਰੇ ਪਿਤਾ ਕੋਲ ਬਹੁਤ ਸਾਰੀ ਦੌਲਤ ਸੀ। ਦੋਵਾਂ ਦੀ ਜੋੜੀ ਚੰਦ ਤੇ ਚਕੋਰ ਵਰਗੀ ਸੀ। ਉਹਨਾਂ ਦੇ ਵਿਆਹ ਦੇ ਸ਼ੁਰੂ ਦੇ ਦਿਨਾਂ ਤੋਂ ਬਹੁਤ ਚੰਗੀ ਤਰ੍ਹਾਂ ਲੰਘੇ ਸਨ। ਪਹਿਲੇ ਸਾਲ ਮਾਂ ਗਰਭਵਤੀ ਹੋਈ ਤੇ ਅਸੀਂ ਜੁੜਵਾ ਭੈਣ ਭਰਾ ਮਾਂ ਦੀ ਕੁੱਖ 'ਚ ਪਲਣ ਲੱਗੇ। ਇਸ ਦੌਰਾਨ ਪਿਤਾ ਜੀ ਨੇ ਆਪਣੇ ਦੇਸ਼ ਜਾਣ ਦਾ ਫੈਸਲਾ ਕੀਤਾ ਤਾਂ ਅਸੀਂ ਵਾਪਸ ਪੰਜਾਬ ਆ ਗਏ। ਸਾਨੂੰ ਪੰਜਾਬ ਰਾਸ ਨਹੀਂ ਆਇਆ। ਇੱਥੇ ਆ ਕੇ ਪਿਤਾ ਜੀ ਨੇ ਇੱਥੇ ਕਾਰੋਬਾਰ ਸ਼ੁਰੂ ਕੀਤਾ, ਪਰ ਦਿਨ ਪ੍ਰਤੀ ਦਿਨ ਕਾਰੋਬਾਰ 'ਚ ਨੁਕਸਾਨ ਹੀ ਨੁਕਸਾਨ ਹੁੰਦਾ ਗਿਆ। ਇਹ ਨੁਕਸਾਨ ਪਿਤਾ ਜੀ ਲਈ ਜਾਨਲੇਵਾ ਹੋਇਆ। ਇੱਕ ਦਿਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਇਸ ਦੁਨੀਆ ਤੋਂ ਚਲੇ ਗਏ। ਉਸ ਸਮੇਂ ਮੇਰੇ ਭਰਾ ਦੀ ਤੇ ਮੇਰੀ ਉਮਰ ਸਿਰਫ 6 ਮਹੀਨੇ ਦੀ ਸੀ। ਪਿਤਾ ਦੀ ਮੌਤ ਤੋਂ ਬਾਅਦ ਮਾਂ ਦਾ ਇੱਥੇ ਕੋਈ ਨਹੀਂ ਸੀ। ਸਹੁਰੇ ਵੀ ਸਿਰਫ ਨਾਮ ਦੇ ਹੀ ਸਨ। ਇਸ ਲਈ ਮਾਂ ਨੇ ਵਾਪਸ ਕੈਨੇਡਾ ਜਾਣ ਦਾ ਫੈਸਲਾ ਕੀਤਾ। ਉਹਨਾਂ ਦੇ ਪੇਕੇ ਵੀ ਉਹਨਾਂ ਦੇ ਭਰਾ ਉਹਨਾਂ ਨੂੰ ਲੈਣ ਆਏ, ਪਰ ਮੇਰੀ ਮਾਂ ਨੇ ਉਹਨਾਂ ਨਾਲ ਜਾਣਾ ਚੰਗਾ ਨਹੀਂ ਸਮਝਿਆ। ਪਰ ਬਿਲਕੁਲ ਜਾਣ ਦੇ ਸਮੇਂ ਹੀ ਮੇਰੀ ਦਾਦੀ ਨੇ ਉਹਨਾਂ ਤੋਂ ਸਾਨੂੰ ਭੈਣ ਭਰਾਵਾਂ ਨੂੰ ਆਪਣੇ ਬੇਟੇ ਦੀ ਆਖਰੀ ਨਿਸ਼ਾਨੀ ਆਖ ਕੇ ਖੋਹ ਲਿਆ। ਫਿਰ ਮਾਂ ਦੇ ਪੇਕੇ ਵਾਲਿਆਂ ਨੇ ਇਹੀ ਗੱਲ ਸਹੀ ਲੱਗੀ ਕਿ ਅਜੇ ਜਵਾਨ ਲੜਕੀ ਆ, ਜੇ ਬੱਚੇ ਨਾਲ ਰਹਿਣਗੇ ਤਾਂ ਦੂਜਾ ਵਿਆਹ ਨਹੀਂ ਹੋ ਸਕੇਗਾ। ਇਸ ਲਈ ਬੱਚੇ ਆਪਣੇ ਖਾਨਦਾਨ ਵਾਲਿਆਂ ਦੇ ਕੋਲ ਹੀ ਰਹਿਣ ਦਿਓ। ਫਿਰ ਸਾਡੀ ਮਾਂ ਨੇ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਰੋਂਦਿਆਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ। ਮੇਰੀ ਮਾਂ ਕੈਨੇਡਾ ਵਾਪਸ ਚਲੀ ਗਈ। ਸਾਨੂੰ ਦੋਵੇਂ ਭੈਣ ਭਰਾਵਾਂ ਨੂੰ ਇੱਥੇ ਦਾਦੀ ਦੇ ਰਹਿਮੋ ਕਰਮ 'ਤੇ ਛੱਡ ਗਈ। ਕੁਝ ਸਮਾਂ ਮੇਰੀ ਦਾਦੀ ਨੇ ਸਾਨੂੰ ਪਾਲਿਆ, ਪਰ 5 ਸਾਲ ਦੀ ਉਮਰ ਵਿੱਚ ਪਹੁੰਚਦੇ ਦਾਦੀ ਵੀ ਪੂਰੀ ਹੋ ਗਈ। ਫਿਰ ਅਸੀਂ ਚਾਚਾ ਚਾਚੀ ਦੇ ਹੱਥ ਆ ਗਏ। ਹੁਣ ਤਾਂ ਸਾਡੀ ਜ਼ਿੰਦਗੀ ਨਰਕ ਵਰਗੀ ਹੋ ਗਈ। ਬਚਪਨ ਗਵਾਚ ਗਿਆ ਸੀ। ਸਾਡੀਆਂ ਅੱਖਾਂ ਸਾਹਮਣੇ ਸਾਰੇ ਘਰ ਦੇ ਬੱਚੇ ਖੇਡਦੇ ਰਹਿੰਦੇ, ਪਰ ਅਸੀਂ ਦੋਵੇਂ ਭੈਣ ਭਰਾ ਤਰਸਦੇ ਹੋਏ ਉਹਨਾਂ ਨੂੰ ਦੇਖਦੇ ਰਹਿੰਦੇ, ਕਿਉਂਕਿ ਸਾਨੂੰ ਖੇਡਣ ਦੀ ਇਜਾਜ਼ਤ ਨਹੀਂ ਸੀ। ਸਾਨੂੰ ਦੋਵਾਂ ਨੂੰ ਪਾਉਣ ਲਈ ਪੁਰਾਣੇ ਕੱਪੜੇ ਹੀ ਮਿਲਦੇ ਸਨ, ਕਿਉਂਕਿ ਮੇਰੇ ਚਾਚਾ ਚਾਚੀ ਦਾ ਇੱਕ ਬੇਟਾ ਹੋਇਆ ਸੀ ਜੋ ਮਰ ਗਿਆ ਸੀ ਤੇ ਹੁਣ ਸਿਰਫ ਇੱਕ ਔਲਾਦ ਸੀ, ਉਹ ਬੇਟੀ। ਮੇਰੀ ਚਾਚੀ ਨੇ ਆਪਣੇ ਭਰਾ ਤੋਂ ਇੱਕ ਬੇਟਾ ਗੋਦ ਲਿਆ ਸੀ, ਪਰ ਉਹ ਵੀ ਜਦੋਂ 10-12 ਸਾਲ ਦਾ ਹੋਇਆ ਤਾਂ ਆਪਣੇ ਪਿਤਾ ਕੋਲ ਵਾਪਸ ਚਲਾ ਗਿਆ। ਅਸੀਂ ਦੋਵੇਂ ਭੈਣ ਭਰਾ ਵੀ ਜਵਾਨੀ ਵੱਲ ਵੱਧ ਰਹੇ ਸਨ ਕਿ ਚਾਚੀ ਜੀ ਦੀ ਲੜਕੀ ਦੀ ਲਗਭਗ ਸਾਡੀ ਦੀ ਉਮਰ ਦੀ ਸੀ। ਇਸੇ ਦੌਰਾਨ ਚਾਚਾ ਚਾਚੀ ਨੇ ਮੇਰੇ ਭਰਾ ਦੇ ਸਿਰ 'ਤੇ ਪਿਆਰ ਦਾ ਹੱਥ ਰੱਖਿਆ, ਕਿਉਂਕਿ ਚਾਚਾ ਚਾਚੀ ਹੁਣ ਉਮਰ ਦੇ ਇਸ ਮੋੜ 'ਤੇ ਸਨ ਜਦੋਂ ਉਹਨਾਂ ਨੂੰ ਆਪਣੇ ਲਈ ਕੋਈ ਸਹਾਰਾ ਚਾਹੀਦਾ ਸੀ ਤੇ ਭਰਾ ਦੇ ਸਿਰ 'ਤੇ ਹੱਥ ਰੱਖਣ ਦਾ ਕਾਰਨ ਉਹਨਾਂ ਦਾ ਬੁਢਾਪਾ ਸੀ। ਚਾਚਾ ਚਾਚੀ ਨੇ ਸਾਨੂੰ ਦੋਵਾਂ ਨੂੰ ਪਾਲਣਾ ਸ਼ੁਰੂ ਕੀਤਾ। ਸਾਡਾ ਸਕੂਲ, ਜੋ ਉਹਨਾਂ ਨੇ ਪਹਿਲਾਂ ਛੁਡਵਾ ਦਿੱਤਾ ਸੀ, ਹੁਣ ਫਿਰ ਤੋਂ ਸ਼ੁਰੂ ਹੋ ਗਿਆ। ਅਸੀਂ ਦੋਵੇਂ ਭੈਣ ਭਰਾ ਆਪਣੀ ਮਾਂ 'ਤੇ ਗਏ ਹੋਣ ਕਰਕੇ ਸਾਰੇ ਰਿਸ਼ਤੇਦਾਰਾਂ 'ਚੋਂ ਵੱਖਰੇ ਹੀ ਦਿਸਦੇ ਸੀ। ਹੁਣ ਸਾਡੀ ਕਦਰ ਵਧਣ ਲੱਗੀ ਸੀ। ਹੁਣ ਉਹ ਮੇਰੇ ਭਰਾ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਲੱਗੇ, ਜਿਸ ਕਰਕੇ ਮੇਰਾ ਭਰਾ ਮੇਰੇ ਤੋਂ ਵੀ ਜ਼ਿਆਦਾ ਉਹਨਾਂ ਨਾਲ ਹੀ ਗੱਲਬਾਤ ਕਰਦਾ। ਮੈਂ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗੀ ਸੀ, ਕਿਉਂਕਿ ਮੇਰਾ ਤਾਂ ਪਹਿਲਾਂ ਵਾਲਾ ਹੀ ਹਾਲ ਸੀ। ਘਰ ਦਾ ਸਾਰਾ ਕੰਮ ਮੇਰੇ ਸਿਰ 'ਤੇ ਹੀ ਸੀ। ਪਹਿਲਾਂ ਪੜ੍ਹਨ ਕਾਲਜ ਜਾਂਦੀ, ਜਦ ਘਰ ਆਉਂਦੀ ਤਾਂ ਸਾਰਾ ਘਰ ਦਾ ਕੰਮ ਸੰਭਾਲਣਾ ਪੈਂਦਾ, ਜਿਸ ਕਰਕੇ ਮੈਂ ਪੜ੍ਹਾਈ ਛੱਡ ਕੇ ਘਰ ਦਾ ਕੰਮ ਹੀ ਸੰਭਾਲ ਲਿਆ। ਕੁਝ ਮਹੀਨਿਆਂ ਬਾਅਦ ਮੇਰੇ ਚਾਚੇ ਨੇ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ, ਪਰ ਮੇਰਾ ਨਸੀਬ ਤਾਂ ਅਜੇ ਵੀ ਹਨੇਰੇ ਵਿੱਚ ਹੀ ਸੀ। ਜਦੋਂ ਅਸੀਂ ਦੋਵੇਂ ਭੈਣ ਭਰਾ 8 ਸਾਲ ਦੇ ਹੋਏ ਸੀ ਤਾਂ ਚਾਚੀ ਨੇ ਸਾਨੂੰ ਸਾਡੇ ਮਾਤਾ ਪਿਤਾ ਦੇ ਵਿਆਹ ਦੀ ਤਸਵੀਰ ਦਿਖਾਈ ਸੀ ਤੇ ਮੈਂ ਤੇ ਭਰਾ ਨੇ ਸੋਚਿਆ ਸੀ ਕਿ ਅਸੀਂ ਵੀ ਵੱਡੇ ਹੋ ਕੇ ਮਾਂ ਨੂੰ ਮਿਲਣ ਜ਼ਰੂਰ ਜਾਵਾਂਗੇ। ਉਦੋਂ ਮੈਂ ਉਹ ਤਸਵੀਰ ਸੰਭਾਲ ਕੇ ਰੱਖ ਲਈ ਸੀ ਤੇ ਉਸ ਉਡੀਕ ਵਿੱਚ ਸੀ ਕਿ ਭਰਾ ਵੱਡਾ ਹੋ ਕੇ ਮੈਨੂੰ ਮਾਂ ਨੂੰ ਮਿਲਵਾਉਣ ਲੈ ਕੇ ਜਾਵੇਗਾ। ਮੇਰਾ ਭਰਾ ਹੁਣ ਵੱਡਾ ਸੀ, ਮੈਂ ਵੀ,
ਇਸ ਲਈ ਮੈਂ ਮੌਕਾ ਦੇ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਤਸਵੀਰ ਲੈ ਕੇ ਉਸ ਕੋਲ ਚਲੀ ਗਈ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਆਪਣੇ ਭਰਾ ਨੂੰ ਇੰਨਾ ਬਦਲਿਆ ਹੋਇਆ ਦੇਖਿਆ। ਉਸ ਨੂੰ ਮਾਂ ਦੀ ਤਸਵੀਰ ਦੇਖਣ ਦੀ ਵੀ ਕੋਈ ਲੋੜ ਮਹਿਸੂਸ ਨਹੀਂ ਹੋਈ। ਉਸ ਨੇ ਮੈਨੂੰ ਧੱਕਾ ਦਿੰਦਿਆਂ ਅਜਿਹੇ ਬੇਕਾਰ ਦੇ ਖਿਆਲ ਦਿਲ ਦਿਮਾਗ 'ਚੋਂ ਕੱਢਣ ਲਈ ਕਿਹਾ। ਉਸ ਨੇ ਕਿਹਾ ਕਿ ਕਿੰਨੀਆਂ ਮੁਸ਼ਕਿਲਾਂ ਬਾਅਦ ਸਾਡੀ ਜ਼ਿੰਦਗੀ 'ਚ ਚੰਗਾ ਸਮਾਂ ਆਇਆ ਤੇ ਮੈਂ ਹੁਣ ਇਹਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦਾ। ਮਾਂ ਨੂੰ ਸਾਡੀ ਜੇ ਇੰਨੀ ਫਿਕਰ ਹੁੰਦੀ ਤਾਂ ਸਾਨੂੰ ਇੱਥੇ ਇਕੱਲਾ ਛੱਡ ਕੇ ਕਿਉਂ ਜਾਂਦੀ। ਮੇਰੀ ਜ਼ਿੰਦਗੀ 'ਚ ਸਭ ਤੋਂ ਵੱਧ ਮੇਰਾ ਖਿਆਲ ਰੱਖਣ ਅਤੇ ਮੈਨੂੰ ਆਪਣਾ ਬਣਾਉਣ ਵਾਲੇ ਮੇਰੇ ਚਾਚਾ ਚਾਚੀ ਹਨ। ਇਹ ਸ਼ਬਦ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਮੇਰਾ ਇੱਕੋ ਇੱਕ ਸਹਾਰਾ ਮੇਰਾ ਭਰਾ ਹੀ ਮੇਰੇ ਤੋਂ ਦੂਰ ਹੋ ਚੁੱਕਿਆ ਸੀ। ਇਹੀ ਮੇਰੀ ਆਖਰੀ ਉਮੀਦ ਸੀ, ਪਰ ਇਹ ਵੀ ਬਦਲ ਚੁੱਕਿਆ ਸੀ। ਹੁਣ ਮੈਂ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਚੁੱਪ ਹੋ ਗਈ। ਸਹੀ ਸਮੇਂ ਦੀ ਉਡੀਕ ਕਰਨ ਲੱਗੀ, ਕਿਉਂਕਿ ਜ਼ਿੰਦਗੀ 'ਚ ਇੱਕ ਵਾਰ ਹੀ ਸਹੀ ਮਾਂ ਨੂੰ ਜ਼ਰੂਰ ਮਿਲਣਾ ਚਾਹੁੰਦੀ ਸੀ ਤੇ ਆਪਣੇ ਸਾਰੇ ਦੁੱਖ ਦੱਸਣਾ ਚਾਹੁੰਦੀ ਸੀ। ਹੁਣ ਇਸ ਘਰ ਵਿੱਚ ਮੇਰਾ ਕੋਈ ਸਹਾਰਾ ਨਹੀਂ ਸੀ ਤੇ ਸਾਰਾ ਦਿਨ ਕੰਮ ਕਰਕੇ ਥੱਕ ਹਾਰ ਕੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਕਿ ਹੁਣ ਕੋਈ ਇੱਕ ਮਾਲਕ ਹੀ ਸਹਾਰਾ ਸੀ। ਮੇਰੇ ਕੁਝ ਸਾਲ ਇਸੇ ਤਰ੍ਹਾਂ ਬੀਤ ਗਏ ਤੇ ਚਾਚੀ ਨੇ ਮੇਰੇ ਭਰਾ ਦਾ ਰਿਸ਼ਤਾ ਤੈਅ ਕਰ ਦਿੱਤਾ ਆਪਣੇ ਦੋਸਤ ਦੀ ਬੇਟੀ ਨਾਲ। ਮੇਰਾ ਭਰਾ ਹੁਣ ਬਹੁਤ ਖੁਸ਼ ਰਹਿਣ ਲੱਗਿਆ ਸੀ, ਕਿਉਂਕਿ ਉਹ ਉਸ ਲੜਕੀ ਨੂੰ ਬਹੁਤ ਪਸੰਦ ਕਰਦਾ ਸੀ। ਮੈਂ ਵੀ ਆਪਣੇ ਭਰਾ ਨੂੰ ਖੁਸ਼ ਦੇਖ ਕੇ ਖੁਸ਼ ਸੀ। ਇੱਕ ਦਿਨ ਭਰਾ ਨੇ ਆ ਕੇ ਦੱਸਿਆ ਕੁਝ ਦਿਨਾਂ 'ਚ ਉਸ ਦਾ ਵਿਆਹ ਹੋਣ ਵਾਲਾ ਹੈ। ਮੈਂ ਉਸ ਨੂੰ ਵਧਾਈਆਂ ਦਿੱਤੀਆਂ ਤਾਂ ਉਸ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੇਰਾ ਵੀ ਘਰ ਵਸ ਜਾਵੇ, ਕਿਤੇ ਮੇਰੇ ਵਿਆਹ ਤੋਂ ਬਾਅਦ ਇਹ ਲੋਕ ਸਾਰੀ ਉਮਰ ਤੈਨੂੰ ਨੌਕਰਾਣੀ ਨਾ ਬਣਾ ਲੈਣ। ਮੈਂ ਤੈਨੂੰ ਬਰਬਾਦ ਹੁੰਦਿਆਂ ਨਹੀਂ ਦੇਖਣਾ ਚਾਹੁੰਦਾ। ਇਹ ਆਖਦੇ ਹੀ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਅੱਜ ਪਹਿਲੀ ਵਾਰ ਮੈਨੂੰ ਭਰਾ ਦੇ ਅੰਦਰ ਪਿਤਾ ਦਾ ਰੂਪ ਦਿਖਾਈ ਦਿੱਤਾ ਸੀ। ਮੇਰੇ ਅੰਦਰ ਵੀ ਜਿਵੇਂ ਮਾਂ ਦੀ ਮਮਤਾ ਉਮੜ ਆਈ। ਮੈਂ ਉਸ ਦਾ ਮੱਥਾ ਚੁੰਮ ਲਿਆ। ਮੈਂ ਆਪਣਾ ਹਰ ਫੈਸਲਾ ਉਸ ਦੇ ਹੱਥ ਕਰ ਦਿੱਤਾ। ਜੋ ਵੀ ਫੈਸਲਾ ਕਰੇਗਾ ਮੈਨੂੰ ਮਨਜ਼ੂਰ ਹੋਵੇਗਾ। ਭਰਾ ਦੇ ਵਿਆਹ ਕਰਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਤੇ ਮੈਂ ਵੀ ਭਰਾ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਗਈ। ਚਾਚਾ ਚਾਚੀ ਵੀ ਖੁਸ਼ ਸੀ, ਜਿਸ ਦੇ ਕਰਕੇ ਉਹਨਾਂ ਨੇ ਪਹਿਲੀ ਵਾਰ ਖਾਨਦਾਨ ਦੇ ਸਾਰੇ ਲੋਕਾਂ ਨੂੰ ਮਿਲੇ ਸੀ। ਸਾਰੇ ਜਦੋਂ ਵੀ ਮੈਨੂੰ ਮਿਲਦੇ ਤੇ ਮੇਰੇ ਮਾਤਾ ਪਿਤਾ ਦੀ ਗੱਲ ਕਰਦੇ ਤੇ ਮੈਨੂੰ ਵੀ ਖੂਬ ਪਿਆਰ ਦਿੰਦੇ। ਭਰਾ ਦਾ ਵਿਆਹ ਵਧੀਆ ਹੋ ਗਿਆ ਤੇ ਥੋੜ੍ਹੇ ਦਿਨਾਂ ਵਿੱਚ ਮੇਰੇ ਲਈ ਵੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਫਿਰ ਮੇਰੇ ਭਰਾ ਨੇ ਘਰੇ ਹੀ ਇਹ ਗੱਲ ਆਖ ਦਿੱਤੀ ਸੀ ਕਿ ਜੋ ਵੀ ਰਿਸ਼ਤਾ ਆਵੇਗਾ ਉਸ ਨੂੰ ਪਸੰਦ ਕਰਨ ਦਾ ਹੱਕ ਸਿਰਫ ਮੇਰੀ ਭੈਣ ਦਾ ਹੀ ਹੋਵੇਗਾ। ਵਿਆਹ ਤੋਂ ਬਾਅਦ ਹੁਣ ਉਹ ਵੀ ਉਹਨਾਂ ਲੋਕਾਂ ਦੇ ਸਾਹਮਣੇ ਬੋਲਣਾ ਸਿੱਖ ਗਿਆ ਸੀ। ਜਦੋਂ ਵੀ ਕੋਈ ਰਿਸ਼ਤਾ ਆਉਂਦਾ ਤਾਂ ਚਾਚੀ ਮੈਨੂੰ ਹਾਂ ਜਾਂ ਨਾ ਕਰਨ ਨੂੰ ਆਖਦੀ। ਅਜੇ ਮੈਂ 4 ਰਿਸ਼ਤੇ ਮੋੜੇ ਸਨ, ਹੁਣ 5ਵਾਂ ਰਿਸ਼ਤਾ ਆਉਣ ਵਾਲਾ ਸੀ। ਉਹ ਲੋਕ ਕਾਫੀ ਅਮੀਰ ਸਨ ਤੇ ਲੜਕਾ ਆਪਣੇ ਮਾਤਾ ਪਿਤਾ ਦਾ ਕਾਰੋਬਾਰ ਸੰਭਾਲ ਰਿਹਾ ਸੀ। ਉਹਨਾਂ ਦਾ ਕਹਿਣਾ ਸੀ ਕਿ ਰਿਸ਼ਤੇ ਤੋਂ ਮਨਾ ਕਰਨ ਦਾ ਤਾਂ ਕੋਈ ਕਾਰਨ ਹੈ ਨਹੀਂ, ਫਿਰ ਵੀ ਤੂੰ ਉਹਨਾਂ ਨੂੰ ਮਿਲ ਕੇ ਹੀ ਫੈਸਲਾ ਲਈ। ਫਿਰ ਅਗਲੇ ਦਿਨ ਉਹਨਾਂ ਨੂੰ ਬੁਲਾਇਆ ਗਿਆ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਜਿਸ ਨੂੰ ਇਹ ਲੋਕ ਲੜਕਾ ਬੋਲ ਰਹੇ ਸੀ ਉਹ ਵੱਡੀ ਉਮਰ ਦਾ ਇੱਕ ਆਦਮੀ ਸੀ। ਪਰ ਫਿਰ ਇੱਕ ਗੱਲ ਛੱਡ ਕੇ ਬਾਕੀ ਸਾਰੀ ਉਸ ਵਿੱਚ ਖੂਬੀਆਂ ਸਨ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਲੜਕੇ ਨੇ ਮੇਰੇ ਤੋਂ ਇਕੱਲੇ 'ਚ ਗੱਲ ਕਰਨ ਦਾ ਸਮਾਂ ਮੰਗਿਆ ਤਾਂ ਸਾਰਿਆਂ ਨੇ ਉਸ ਦੀ ਗੱਲ 'ਤੇ ਹੈਰਾਨੀ ਪ੍ਰਗਟਾਈ, ਪਰ ਉਸ ਦੀ ਗੱਲ 'ਤੇ ਮੈਂ ਹਾਮੀ ਭਰ ਲਈ। ਅਸੀਂ ਦੋਵੇਂ ਕੁਝ ਮਿੰਟ ਇਕੱਲੇ ਗੱਲਾਂ ਕਰਨ ਲੱਗੇ। ਉਸ ਨੇ ਕਿਹਾ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਮੇਰੀ ਉਮਰ ਤੁਹਾਡੇ ਤੋਂ ਕਾਫੀ ਵੱਡੀ ਆ, ਫਿਰ ਵੀ ਮੈਂ ਅਜੇ ਤੱਕ ਵਿਆਹ ਨਹੀਂ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਵਿਆਹ ਮੈਂ ਸਿਰਫ ਆਪਣੇ ਮਾਤਾ ਪਿਤਾ ਨੂੰ ਰਾਜ਼ੀ ਕਰਨ ਲਈ ਕਰ ਰਿਹਾ ਹਾਂ, ਕਿਉਂਕਿ ਉਹ ਮੇਰਾ ਵਿਆਹ ਕਰਵਾ ਕੇ ਵਾਪਸ ਓਮਾਨ ਆਪਣੇ ਵੱਡੇ ਬੇਟੇ ਕੋਲ ਚਲੇ ਜਾਣਗੇ। ਇਸ ਤੋਂ ਬਾਅਦ ਤੁਸੀਂ ਮਰਜ਼ੀ ਦੇ ਮਾਲਕ ਹੋਵੋਗੇ, ਚਾਹੇ ਤਾਂ ਮੇਰੇ ਨਾਲ ਰਹੋ ਜਾਂ ਕਿਤੇ ਹੋਰ ਰਹੋ, ਇਹ ਤੁਹਾਡੀ ਮਰਜ਼ੀ ਹੋਵੇਗੀ। ਤੁਸੀਂ ਮੇਰੇ ਮਾਤਾ ਪਿਤਾ ਨੂੰ ਖੁਸ਼ ਕਰਨ ਲਈ ਹਾਂ ਕਰੋਗੇ। ਉਸ ਨਾਲ ਗੱਲ ਕਰਕੇ ਮੈਨੂੰ ਅੰਦਾਜ਼ਾ ਹੋ ਗਿਆ ਕਿ ਇਹੀ ਉਹ ਆਦਮੀ ਆ ਜੋ ਮੇਰਾ ਸਹਾਰਾ ਬਣੇਗਾ ਤੇ ਮੇਰੀ ਮਾਂ ਨਾਲ ਮਿਲਣ ਦੀ ਇੱਛਾ ਪੂਰੀ ਕਰੇਗਾ। ਇਸ ਕਰਕੇ ਮੈਂ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ। ਸਾਡੀ ਮੰਗਣੀ ਹੋ ਗਈ ਤੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਭਾਵੇਂ ਮੇਰੇ ਦਿਲ 'ਚ ਵਿਆਹ ਦਾ ਕੋਈ ਸੁਪਨਾ ਨਹੀਂ ਸੀ ਤੇ ਨਾ ਹੀ ਦਿਲ ਵਿੱਚ ਵਿਆਹ ਕਰਕੇ ਕੋਈ ਜਜ਼ਬਾਤ, ਫਿਰ ਵੀ ਮੈਂ ਖੁਸ਼ ਸੀ, ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਵਿਆਹ ਕਰਨ ਤੋਂ ਬਾਅਦ ਆਪਣੀ ਮਾਂ ਕੋਲ ਜਾ ਸਕਾਂਗੀ। ਵਿਆਹ ਤੋਂ ਪਹਿਲਾਂ ਮੇਰੀ ਸੱਸ ਕਈ ਵਾਰ ਮੈਨੂੰ ਮਿਲਣ ਆਈ ਤੇ ਉਹ ਹਰ ਵਾਰ ਆਖਦੀ ਕਿ ਬੇਟੇ ਦਾ ਸਾਥ ਕਦੇ ਨਾ ਛੱਡੀ। ਪਰ ਮੈਨੂੰ ਉਸ ਔਰਤ ਦੇ ਦਿਲ ਨੂੰ ਪਤਾ ਨਹੀਂ ਕਿਉਂ ਤਸੱਲੀ ਨਾ ਹੁੰਦੀ। ਮੇਰੇ ਵੀ ਕਈ ਵਾਰ ਦਿਲ 'ਤੇ ਆਇਆ ਕਿ ਮੇਰੀ ਸੱਸ ਹਰ ਵਾਰ ਅਜਿਹਾ ਕਿਉਂ ਆਖਦੀ ਆ।
ਇਸ ਦਾ ਕੀ ਕਾਰਨ ਹੋ ਸਕਦਾ? ਮੇਰੇ ਦਿਲ ਵਿੱਚ ਵੀ ਇਹ ਵੀ ਸੀ ਕਿ ਮੇਰੇ ਹੋਣ ਵਾਲੇ ਪਤੀ ਨੇ ਵੀ ਇਹ ਗੱਲ ਕਿਉਂ ਆਖੀ ਸੀ ਕਿ ਵਿਆਹ ਤੋਂ ਬਾਅਦ ਕਿਤੇ ਮਰਜ਼ੀ ਚਲੇ ਜਾਣਾ। ਇੱਕ ਦਿਨ ਮੇਰੀ ਸੱਸ ਮੈਨੂੰ ਬਾਹਰ ਸ਼ਾਪਿੰਗ ਕਰਵਾਉਣ ਲਈ ਲੈ ਗਈ। ਉਹ ਦਿਨ ਮੇਰੀ ਜ਼ਿੰਦਗੀ 'ਚ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਲਈ ਸ਼ਾਪਿੰਗ ਆਪਣੀ ਮਰਜ਼ੀ ਨਾਲ ਕੀਤੀ ਸੀ। ਪਹਿਲਾਂ ਤਾਂ ਮੈਂ ਹਮੇਸ਼ਾ ਆਪਣੀ ਚਾਚੀ ਦੀ ਲੜਕੀ ਦੇ ਹੀ ਕੱਪੜੇ ਪਾਉਂਦੀ ਸੀ। ਉਹਨਾਂ ਮਹਿੰਗੀ ਤੋਂ ਮਹਿੰਗੀ ਚੀਜ਼ ਮੈਨੂੰ ਦਵਾਈ। ਮੈਨੂੰ ਲੱਗਿਆ ਕਿ ਇਹ ਉਹਨਾਂ ਪ੍ਰਾਰਥਨਾਵਾਂ ਦਾ ਅਸਰ ਆ ਜੋ ਮੈਂ ਲੁਕ-ਲੁਕ ਕੇ ਕੀਤੀਆਂ ਸੀ। ਸ਼ਾਪਿੰਗ ਤੋਂ ਬਾਅਦ ਘਰ ਆਈ, ਮੇਰੀ ਚਾਚੀ ਤੇ ਉਹਨਾਂ ਦੀ ਲੜਕੀ ਸਾਰਾ ਸਮਾਨ ਦੇਖ ਕੇ ਹੈਰਾਨ ਰਹਿ ਗਏ, ਕਿਉਂਕਿ ਉਹਨਾਂ ਨੇ ਵੀ ਇੰਨਾ ਮਹਿੰਗਾ ਤਾਂ ਸਮਾਨ ਨਹੀਂ ਸੀ ਦੇਖਿਆ। ਅਗਲੇ ਦਿਨ ਘਰ ਵਾਲਿਆਂ ਦੇ ਰੰਗ ਹੀ ਬਦਲ ਗਏ ਤੇ ਸਾਰੇ ਪੈਸੇ ਕਰਕੇ ਹੀ ਸੀ। ਥੋੜ੍ਹੇ ਦਿਨਾਂ ਬਾਅਦ ਵਿਆਹ ਵਾਲਾ ਦਿਨ ਵੀ ਆ ਗਿਆ, ਜਿੱਥੇ ਪੈਲੇਸ 'ਚ ਮੇਰਾ ਵਿਆਹ ਹੋਇਆ ਸੀ। ਬਹੁਤ ਸੋਹਣਾ ਸੀ। ਸਾਡੇ ਖਾਨਦਾਨ 'ਚ ਪਹਿਲਾਂ ਇਸ ਤਰ੍ਹਾਂ ਕਿਸੇ ਦਾ ਵੀ ਵਿਆਹ ਨਹੀਂ ਸੀ ਹੋਇਆ। ਵਿਆਹ ਤੋਂ ਬਾਅਦ ਸਹੁਰੇ ਘਰ ਪਹੁੰਚੀ ਤਾਂ ਦੇਖਿਆ ਮੇਰਾ ਸਹੁਰਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ। ਸਾਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਮੇਰੀ ਸੱਸ ਮੈਨੂੰ ਮੇਰੇ ਕਮਰੇ 'ਚ ਲੈ ਗਈ ਤੇ ਜਿੱਥੇ ਕਮਰੇ ਨੂੰ ਬਹੁਤ ਹੀ ਵਧੀਆ ਸਜਾਇਆ ਹੋਇਆ ਸੀ। ਥੋੜ੍ਹੇ ਸਮੇਂ ਬਾਅਦ ਮੇਰਾ ਪਤੀ ਕਮਰੇ ਵਿੱਚ ਆ ਗਿਆ ਤੇ ਪਤੀ ਨੇ ਕਮਰੇ 'ਚ ਆ ਕੇ ਮੇਰਾ ਸਵਾਗਤ ਕੀਤਾ। ਕਾਫੀ ਦੇਰ ਤੱਕ ਅਸੀਂ ਗੱਲਾਂ ਕਰਦੇ ਰਹੇ, ਪਰ ਅਚਾਨਕ ਉਸਨੇ ਅਜਿਹੀ ਗੱਲ ਆਖੀ ਜਿਸ ਨਾਲ ਮੇਰੀ ਸਾਰੀ ਖੁਸ਼ੀ ਹਵਾ ਹੋ ਗਈ। ਉਹ ਬੋਲੇ ਕਿ ਮੇਰੇ ਖਿਆਲ ਨਾਲ ਮੇਰੇ ਮਾਤਾ-ਪਿਤਾ ਸੋ ਚੁੱਕੇ ਹੋਣਗੇ, ਇਸ ਲਈ ਮੈਨੂੰ ਵੀ ਹੁਣ ਆਪਣੇ ਕਮਰੇ 'ਚ ਜਾ ਕੇ ਸੋ ਜਾਣਾ ਚਾਹੀਦਾ ਹੈ। ਮੈਂ ਉਸ ਦੀ ਗੱਲ 'ਤੇ ਹੈਰਾਨ ਹੋਈ, ਪਰ ਕੁਝ ਵੀ ਪੁੱਛਣ ਦੀ ਮੇਰੇ 'ਚ ਹਿੰਮਤ ਨਹੀਂ ਸੀ। ਬਸ ਮੈਂ ਉਸ ਨੂੰ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੀ। ਉਸ ਨੇ ਮੇਰੀਆਂ ਨਜ਼ਰਾਂ ਦਾ ਸਵਾਲ ਸਮਝਦੇ ਹੋਏ ਕਿਹਾ, ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਵਿਆਹ ਸਿਰਫ ਆਪਣੇ ਮਾਤਾ-ਪਿਤਾ ਦੀ ਖੁਸ਼ੀ ਲਈ ਕਰ ਰਿਹਾ। ਤੁਸੀਂ ਮੇਰੇ ਵੱਲੋਂ ਹਰ ਤਰ੍ਹਾਂ ਨਾਲ ਆਜ਼ਾਦ ਹੋ। ਨਾ ਤਾਂ ਮੈਂ ਤੁਹਾਡੇ 'ਤੇ ਕੋਈ ਹੱਕ ਜਤਾਵਾਂਗਾ ਤੇ ਨਾ ਹੀ ਤੁਹਾਨੂੰ ਖੁਦ 'ਤੇ ਕੋਈ ਹੱਕ ਰੱਖਣ ਦੇਵਾਂਗਾ। ਪਰ ਮੇਰੀ ਹਰ ਚੀਜ਼, ਰੁਪਇਆ, ਪੈਸਾ ਤੁਸੀਂ ਵਰਤ ਸਕਦੇ ਹੋ। ਮੇਰੇ ਤੋਂ ਇਲਾਵਾ ਇਸ ਘਰ ਦੀ ਹਰ ਚੀਜ਼ 'ਤੇ ਤੁਹਾਡਾ ਹੱਕ ਰਹੇਗਾ। ਇਹ ਆਖਦੇ ਹੋਏ ਉਹ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਉੱਥੇ ਇਕੱਲੀ ਬੈਠੀ ਰਹੀ। ਕੁਝ ਦੇਰ ਪਹਿਲਾਂ ਮੈਨੂੰ ਆਪਣੀ ਜ਼ਿੰਦਗੀ 'ਚ ਬਹੁਤ ਗੁਮਾਨ ਸੀ, ਪਰ ਪਤੀ ਦੇ ਇਹਨਾਂ ਸ਼ਬਦਾਂ ਨੇ ਇੱਕ ਵਾਰ ਫਿਰ ਮੈਨੂੰ ਅਧੂਰਾ ਕਰਕੇ ਰੱਖ ਦਿੱਤਾ। ਉਹਨਾਂ ਦੀਆਂ ਇਹਨਾਂ ਗੱਲਾਂ ਦਾ ਕਾਰਨ ਤਾਂ ਮੈਂ ਨਹੀਂ ਜਾਣਦੀ ਸੀ, ਪਰ ਜਿਹੋ ਜਿਹਾ ਵੀ ਸੀ ਹੁਣ ਮੈਂ ਉਸਦੇ ਘਰ ਰਹਿਣਾ ਸੀ। ਮੈਂ ਚੁੱਪ ਰਹਿਣਾ ਹੀ ਚੰਗਾ ਸਮਝਿਆ। ਆਪਣੇ ਪਤੀ ਦੀ ਦੂਰੀ ਨੂੰ ਆਪਣੇ ਦਿਲ 'ਚ ਇੱਕ ਰਾਜ਼ ਵਾਂਗ ਦੱਬ ਲਿਆ। ਸਵੇਰੇ ਸਾਰੇ ਘਰ ਵਾਲਿਆਂ ਦੇ ਜਾਗਣ ਤੋਂ ਪਹਿਲਾਂ ਉੱਠ ਗਈ ਤਾਂ ਕਿ ਮੇਰੇ ਸੱਸ ਸਹੁਰੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਮੇਰੀ ਸੱਸ ਨੇ ਆ ਕੇ ਪੁੱਛਿਆ ਮੇਰਾ ਬੇਟਾ ਕਿੱਥੇ ਆ, ਤਾਂ ਮੈਂ ਉਹਨਾਂ ਨੂੰ ਝੂਠ ਬੋਲ ਦਿੱਤਾ ਕਿ ਉਹਨਾਂ ਨੂੰ ਰਾਤ ਨੀਂਦ ਨਹੀਂ ਆਈ, ਇਸ ਲਈ ਮੈਂ ਸਵੇਰੇ ਉਹਨਾਂ ਨੂੰ ਦੂਜੇ ਕਮਰੇ 'ਚ ਆਰਾਮ ਕਰਨ ਲਈ ਭੇਜ ਦਿੱਤਾ। ਇਸ ਤੋਂ ਬਾਅਦ ਮੇਰੀ ਸੱਸ ਤੇ ਸਹੁਰੇ ਨੇ ਓਮਾਨ ਜਾਣ ਲਈ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਂ ਸਾਰਾ ਦਿਨ ਸੱਸ ਦੀ ਮਦਦ ਕੀਤੀ ਤੇ ਸ਼ਾਮ ਨੂੰ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਘਰ 'ਚ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ, ਕਿਉਂਕਿ ਹੁਣ ਮੇਰੇ ਪਤੀ ਦਾ ਰਵੱਈਆ ਬਹੁਤ ਬਦਲਿਆ ਹੋਇਆ ਸੀ। ਉਹ ਜ਼ਿਆਦਾਤਰ ਆਪਣੇ ਕਮਰੇ 'ਚ ਰਹਿੰਦੇ ਤੇ ਦਫ਼ਤਰ ਚਲੇ ਜਾਂਦੇ। ਸਾਡਾ ਮਿਲਣਾ ਤਾਂ ਸਿਰਫ ਨਾਸ਼ਤੇ ਦੇ ਟੇਬਲ 'ਤੇ ਹੀ ਹੁੰਦਾ ਸੀ। ਵਿਆਹ ਤੋਂ ਇੱਕ ਹਫ਼ਤਾ ਬਾਅਦ ਮੇਰੀ ਚਾਚੀ, ਮੇਰਾ ਭਰਾ ਤੇ ਚਾਚੇ ਦੀ ਕੁੜੀ ਮੈਨੂੰ ਮਿਲਣ ਆਏ। ਮੇਰਾ ਪਤੀ ਉਸ ਸਮੇਂ ਦਫ਼ਤਰ ਜਾ ਚੁੱਕਿਆ ਸੀ। ਮੇਰੀ ਕਜ਼ਨ ਨੇ ਮੈਨੂੰ ਪੁੱਛਿਆ, ਹਨੀਮੂਨ ਲਈ ਕਿੱਥੇ ਜਾ ਰਹੇ ਹੋ? ਤਾਂ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਪਤੀ ਨੂੰ ਕੈਨੇਡਾ ਜਾਣ ਦੀ ਫਰਮਾਇਸ਼ ਕਰਾਂਗੀ, ਜਿੱਥੇ ਮੇਰੀ ਮਾਂ ਰਹਿੰਦੀ ਆ। ਸ਼ਾਮ ਨੂੰ ਜਦੋਂ ਘਰ ਵਾਪਸ ਆਏ ਤਾਂ ਮੈਂ ਉਹਨਾਂ ਨੂੰ ਕਿਹਾ, ਮੇਰੀ ਭੈਣ ਪੁੱਛ ਰਹੀ ਸੀ ਕਿ ਅਸੀਂ ਹਨੀਮੂਨ 'ਚ ਕਿੱਥੇ ਜਾ ਰਹੇ ਹਾਂ। ਮੇਰੀ ਇੱਛਾ ਹੈ ਕਿ ਤੁਸੀਂ ਮੈਨੂੰ ਕੈਨੇਡਾ ਲੈ ਕੇ ਜਾਓ। ਇਸ ਗੱਲ 'ਤੇ ਮੇਰੇ ਪਤੀ ਨੇ ਬਹੁਤ ਗੁੱਸਾ ਕੀਤਾ ਤੇ ਰੁੱਖਾ ਜਿਹਾ ਜਵਾਬ ਦਿੱਤਾ, ਤੂੰ ਜਾਣਦੀ ਹੈ ਕਿ ਸਾਡੇ ਵਿਚਕਾਰ ਕੋਈ ਅਜਿਹਾ ਰਿਸ਼ਤਾ ਹੀ ਨਹੀਂ, ਤਾਂ ਹਨੀਮੂਨ ਕਿਵੇਂ? ਜੇ ਅਸੀਂ ਕੈਨੇਡਾ ਜਾਣਾ ਹੈ ਤਾਂ ਮੈਂ ਤੁਹਾਡੇ ਲਈ ਇੰਤਜ਼ਾਮ ਕਰ ਦਿੰਦਾ ਹਾਂ, ਤੁਸੀਂ ਚਲੇ ਜਾਇਓ। ਮੈਂ ਉਹਨਾਂ ਨੂੰ ਕਿਹਾ, ਮੈਂ ਪਹਿਲਾਂ ਕਦੇ ਨਹੀਂ ਗਈ, ਤੁਹਾਡੇ ਬਿਨਾਂ ਕਿਵੇਂ ਜਾ ਸਕਦੀ ਹਾਂ? ਮੇਰੇ ਪਤੀ ਨੇ ਕਿਹਾ ਕਿ ਮੇਰੇ ਸਾਥ ਦੀ ਉਮੀਦ ਨਾ ਰੱਖੋ। ਮੈਨੂੰ ਉਹਨਾਂ ਦੀ ਗੱਲ 'ਤੇ ਬਹੁਤ ਸਦਮਾ ਲੱਗਿਆ। ਫਿਰ ਮੈਂ ਸੋਚ ਲਿਆ ਕਿ ਜੋ ਮਰਦ ਮੇਰਾ ਸਹਾਰਾ ਨਹੀਂ ਬਣ ਸਕਦਾ, ਉਸ ਨਾਲ ਜ਼ਿੰਦਗੀ ਗੁਜ਼ਾਰਨ ਦਾ ਆਖਰ ਫਾਇਦਾ ਕੀ? ਇਹ ਪੈਸਾ ਤਾਂ ਮੇਰੀ ਮੰਜ਼ਿਲ ਕਦੇ ਨਹੀਂ ਸੀ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ, ਤੁਸੀਂ ਮੇਰੇ ਜਾਣ ਦਾ ਇੰਤਜ਼ਾਮ ਕਰੋ, ਮੈਂ ਇਕੱਲੀ ਹੀ ਜਾਵਾਂਗੀ। ਪਤੀ ਨੇ ਦਫ਼ਤਰ ਫ਼ੋਨ ਕੀਤਾ ਤੇ ਮੇਰੇ ਕੈਨੇਡਾ ਜਾਣ ਦਾ ਵੀਜ਼ਾ ਲਵਾ ਦਿੱਤਾ। ਉਸ ਨੇ ਮੈਨੂੰ ਆਪਣੀ ਮਰਜ਼ੀ ਦੀ ਜ਼ਿੰਦਗੀ ਗੁਜ਼ਾਰਨ ਦੀ ਇਜਾਜ਼ਤ ਦੇ ਦਿੱਤੀ। ਮੈਂ ਕੈਨੇਡਾ ਆ ਗਈ। ਇੱਥੇ ਆ ਕੇ ਮੇਰੇ ਕੋਲ ਮਾਂ ਦੀ ਇੱਕ ਤਸਵੀਰ ਤੋਂ ਇਲਾਵਾ ਕੁਝ ਵੀ ਨਹੀਂ ਸੀ। ਮੇਰੇ ਰਹਿਣ ਦਾ ਇੰਤਜ਼ਾਮ ਮੇਰੇ ਪਤੀ ਨੇ ਇੱਥੇ ਕਰਵਾ ਦਿੱਤਾ ਸੀ। ਮੈਨੂੰ ਆਉਂਦੇ ਸਮੇਂ ਕੁਝ ਪੈਸੇ ਵੀ ਦਿੱਤੇ ਸਨ, ਪਰ ਇੱਥੇ ਮੈਨੂੰ ਆਪਣੇ ਭਵਿੱਖ ਤੇ ਰੁਜ਼ਗਾਰ ਦੀ ਲੋੜ ਹੈ, ਕਿਉਂਕਿ ਮਾਂ ਪਤਾ ਨਹੀਂ ਕਦੋਂ ਲੱਭੇਗੀ। ਉਦੋਂ ਤੱਕ ਜ਼ਿੰਦਗੀ ਇੱਥੇ ਹੀ ਗੁਜ਼ਾਰਨੀ ਸੀ।
ਪਤੀ ਦੇ ਦਿੱਤੇ ਪੈਸੇ ਵੀ ਖਤਮ ਹੋ ਰਹੇ ਸਨ। ਚਾਚੇ ਤੇ ਭਰਾ ਤੋਂ ਵੀ ਕੁਝ ਨਹੀਂ ਸੀ ਮੰਗ ਸਕਦੀ, ਕਿਉਂਕਿ ਮੇਰੇ ਕੈਨੇਡਾ ਆਉਣ ਤੋਂ ਉਹਨਾਂ ਨੂੰ ਬਹੁਤ ਇਤਰਾਜ਼ ਸੀ, ਜਿਸ ਦੇ ਬਾਵਜੂਦ ਵੀ ਮੈਂ ਆ ਗਈ ਸੀ। ਮੈਨੂੰ ਇੱਥੇ ਰਹਿੰਦੇ 6 ਮਹੀਨੇ ਹੋ ਚੁੱਕੇ ਸੀ। ਅਜੇ ਤੱਕ ਮੈਂ ਆਪਣੀ ਮਾਂ ਦਾ ਕੋਈ ਵੀ ਪਤਾ ਨਾ ਲਗਾ ਸਕੀ। ਇੱਕ ਦਿਨ ਅਖਬਾਰ ਪੜ੍ਹਦੇ ਹੋਏ ਮੈਂ ਲੜਕੀਆਂ ਲਈ ਪੁਲਿਸ 'ਚ ਨੌਕਰੀ ਦਾ ਇਸ਼ਤਿਹਾਰ ਦੇਖਿਆ। ਇਸ਼ਤਿਹਾਰ ਦੇਖ ਕੇ ਖਿਆਲ ਆਇਆ, ਜੇ ਪੁਲਿਸ 'ਚ ਭਰਤੀ ਹੋ ਜਾਵਾਂ ਤਾਂ ਮਾਂ ਦਾ ਪਤਾ ਆਸਾਨੀ ਨਾਲ ਲਗਾ ਸਕਦੀ ਹਾਂ, ਤੇ ਮੇਰੀ ਕੋਸ਼ਿਸ਼ ਕਾਮਯਾਬ ਵੀ ਰਹੀ। ਲਗਭਗ 6 ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਮੈਂ ਕੈਨੇਡਾ ਪੁਲਿਸ ਵਿੱਚ ਜੇਲ੍ਹ 'ਚ ਜੇਲਰ ਬਣ ਗਈ। ਮੇਰੀ ਅਕਸਰ ਮੇਰੇ ਪਤੀ ਨਾਲ ਗੱਲਬਾਤ ਹੁੰਦੀ ਰਹਿੰਦੀ, ਤੇ ਜਦੋਂ ਉਹਨਾਂ ਨੂੰ ਇਹ ਖਬਰ ਦਿੱਤੀ ਤਾਂ ਉਹ ਬਹੁਤ ਖੁਸ਼ ਹੋਏ, ਮੁਬਾਰਕਬਾਦ ਦੇਣ ਲੱਗੇ। ਮੈਂ ਉਹਨਾਂ ਅੱਗੇ ਸ਼ਰਤ ਰੱਖੀ, ਤੁਸੀਂ ਮੈਨੂੰ ਇੱਥੇ ਆ ਕੇ ਮੁਬਾਰਕਬਾਦ ਦਿਓਗੇ ਤਾਂ ਫਿਰ ਮੈਂ ਮੰਨਾਂਗੀ। ਉਹ ਮੇਰੀ ਗੱਲ ਮੰਨ ਗਏ। ਜਦੋਂ ਉਹ ਕੈਨੇਡਾ ਆਏ ਤਾਂ ਮੈਂ ਉਹਨਾਂ ਨੂੰ ਬਹੁਤ ਘੁਮਾਇਆ। ਉਹ ਮੇਰੇ ਨਾਲ ਪਹਿਲਾਂ ਨਾਲੋਂ ਚੰਗਾ ਰਵੱਈਆ ਰੱਖਣ ਲੱਗੇ। ਉਹਨਾਂ ਦੇ ਸੁਭਾਅ 'ਚ ਕਾਫੀ ਬਦਲਾਅ ਆ ਚੁੱਕਿਆ ਸੀ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਖਤਰਨਾਕ ਬਿਮਾਰੀ ਸੀ, ਜਿਸ ਕਰਕੇ ਉਹਨਾਂ ਨੇ ਮੈਨੂੰ ਆਪਣੇ ਤੋਂ ਦੂਰ ਰੱਖਿਆ, ਤੇ ਮੇਰੇ ਕੈਨੇਡਾ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਇਲਾਜ ਕਰਵਾਇਆ ਸੀ, ਜਿਸ ਕਰਕੇ ਹੁਣ ਉਹ ਬਿਲਕੁਲ ਠੀਕ ਹਨ। ਮੇਰੇ ਨਾਲ ਹੁਣ ਉਹ ਬਹੁਤ ਖੁਸ਼ ਵੀ ਸਨ। ਹੁਣ ਅਕਸਰ ਪੰਜਾਬ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਉਹਨਾਂ ਨੇ ਵੀ ਮੇਰੀ ਮਾਂ ਨੂੰ ਲੱਭਣ ਵਿੱਚ ਮੇਰੀ ਬਹੁਤ ਮਦਦ ਕੀਤੀ, ਪਰ ਅਜੇ ਤੱਕ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਉਹਨਾਂ ਦਿਨੀ ਹੀ ਮੇਰਾ ਪਤੀ ਕੈਨੇਡਾ ਆਇਆ ਹੋਇਆ ਸੀ, ਤੇ ਮੇਰੀ ਨਾਈਟ ਡਿਊਟੀ ਇੱਕ ਹਸਪਤਾਲ ਵਿੱਚ ਲੱਗੀ ਸੀ, ਜਿੱਥੇ ਅਚਾਨਕ ਇੱਕ ਕੈਦੀ ਔਰਤ ਪਹਿਲਾਂ ਤੋਂ ਪ੍ਰੈਗਨੈਂਟ ਸੀ। ਉਸ ਦੀ ਤਬੀਅਤ ਬਹੁਤ ਖਰਾਬ ਸੀ। ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਮੈਂ ਉਸ ਕੋਲ ਹੀ ਖੜੀ ਸੀ ਜਦੋਂ ਉਸ ਨੇ ਕਿਹਾ ਕਿ ਤੁਸੀਂ ਮੇਰੇ ਬੱਚੇ ਨੂੰ ਆਪਣੇ ਨਾਲ ਲੈ ਜਾਓ। ਮੈਂ ਨਹੀਂ ਚਾਹੁੰਦੀ ਇਹ ਵੀ ਮੇਰੇ ਵਾਂਗ ਜੇਲ੍ਹ 'ਚ ਰਹੇ। ਉਸ ਔਰਤ ਨੂੰ ਕਈ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ, ਤੇ ਮੇਰਾ ਦਿਲ ਤਾਂ ਉਂਝ ਵੀ ਮਮਤਾ ਨਾਲ ਭਰਿਆ ਹੋਇਆ ਸੀ, ਕਿਉਂਕਿ ਮੈਂ ਖੁਦ ਹੀ ਆਪਣੀ ਮਾਂ ਲਈ ਤਰਸ ਰਹੀ ਸੀ। ਇਸ ਲਈ ਮੈਂ ਸੋਚਿਆ ਮੈਂ ਉਸ ਬੱਚੇ ਨੂੰ ਮਾਂ ਦਾ ਪਿਆਰ ਦੇਵਾਂਗੀ। ਪਰ ਜਦੋਂ ਮੈਂ ਬੱਚੇ ਨੂੰ ਲੈ ਕੇ ਆਪਣੇ ਘਰ ਪਹੁੰਚੀ ਤਾਂ ਇੱਕ ਪਿਆਰਾ ਜਿਹਾ ਬੱਚਾ ਮਿਲਣ ਦੀ ਖੁਸ਼ਖਬਰੀ ਆਪਣੇ ਪਤੀ ਨੂੰ ਸੁਣਾਈ, ਤਾਂ ਮੇਰਾ ਪਤੀ ਬੱਚੇ ਦਾ ਚਿਹਰਾ ਦੇਖ ਕੇ ਰੋਣ ਲੱਗਿਆ। ਮੈਨੂੰ ਉਸ ਦੇ ਰੋਣ 'ਤੇ ਬੜੀ ਹੈਰਾਨੀ ਹੋਈ। ਮੈਂ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਵੀ ਆਪਣੇ ਮਾਂ-ਬਾਪ ਨੂੰ ਇਸੇ ਤਰ੍ਹਾਂ ਮਿਲਿਆ ਸੀ। ਮੇਰੇ ਮਾਤਾ-ਪਿਤਾ ਨੇ ਮੈਨੂੰ ਪਾਲਿਆ ਹੈ, ਪਰ ਮੈਂ ਨਹੀਂ ਚਾਹੁੰਦਾ ਮੇਰੇ ਵਾਂਗ ਇੱਕ ਹੋਰ ਬੱਚਾ ਆਪਣੀ ਜ਼ਿੰਦਗੀ 'ਚ ਇਕੱਲਾ ਰਹਿ ਜਾਵੇ। ਮੇਰੇ ਮਾਤਾ-ਪਿਤਾ ਮੈਨੂੰ ਬਹੁਤ ਪਿਆਰ ਕਰਦੇ ਹਨ, ਪਰ ਉਹ ਰਹਿੰਦੇ ਆਪਣੀ ਔਲਾਦ ਦੇ ਨਾਲ ਹੀ ਹਨ। ਜਿਸ ਤਰ੍ਹਾਂ ਮੈਂ ਇਕੱਲਾ ਤੜਫਦਾ ਹਾਂ, ਮੈਂ ਨਹੀਂ ਚਾਹੁੰਦਾ ਕੋਈ ਹੋਰ ਤੜਫੇ। ਇਸ ਲਈ ਜਾਓ, ਇਹ ਬੱਚਾ ਉਸ ਦੀ ਮਾਂ ਦੇ ਹਵਾਲੇ ਕਰ ਦਿਓ। ਭਾਵੇਂ ਜੇਲ੍ਹ 'ਚ ਹੋਵੇ, ਪਰ ਹੋਵੇਗਾ ਤਾਂ ਆਪਣੀ ਮਾਂ ਕੋਲ ਹੀ ਨਾ। ਮੈਂ ਮਜਬੂਰ ਹੋ ਕੇ ਬੱਚਾ ਲੈ ਕੇ ਵਾਪਸ ਹਸਪਤਾਲ ਪਹੁੰਚੀ। ਇਹ ਦੇਖ ਕੇ ਮੇਰੇ ਸਿਰ 'ਤੇ ਅਸਮਾਨ ਟੁੱਟ ਪਿਆ। ਉਸ ਔਰਤ ਨੂੰ ਮਿਲਣ ਕੁਝ ਹੋਰ ਔਰਤਾਂ ਵੀ ਆਈਆਂ ਹੋਈਆਂ ਸਨ, ਜਿਨ੍ਹਾਂ 'ਚੋਂ ਇੱਕ ਦੀ ਸ਼ਕਲ ਬਿਲਕੁਲ ਮੇਰੀ ਮਾਂ ਨਾਲ ਮਿਲਦੀ ਜੁਲਦੀ ਸੀ। ਮਿਲਦੀ ਨਹੀਂ, ਸਗੋਂ ਉਹ ਮੇਰੀ ਮਾਂ ਹੀ ਸੀ। ਜਿਸ ਲੜਕੀ ਦਾ ਉਹ ਬੱਚਾ ਸੀ, ਉਹ ਮੇਰੀ ਮਾਂ ਦੇ ਦੂਜੇ ਪਤੀ ਦੀ ਲੜਕੀ ਸੀ। ਉਹ ਆਪਣੇ ਪਤੀ ਦਾ ਖੂਨ ਕਰਕੇ ਜੇਲ੍ਹ 'ਚ ਬੰਦ ਸੀ। ਉਸ ਸਮੇਂ ਉਹ ਪ੍ਰੈਗਨੈਂਟ ਵੀ ਸੀ, ਇਸ ਲਈ ਜੇਲ੍ਹ 'ਚ ਹੀ ਬੱਚਾ ਹੋਇਆ। ਪਰ ਮੇਰੀ ਮਾਂ ਵੀ ਉੱਥੇ ਮੈਨੂੰ ਮਿਲ ਗਈ। ਮੈਂ ਬਹੁਤ ਰੋਈ। ਮੈਂ ਵੀ ਆਪਣੇ ਸਾਰੇ ਦੁੱਖ ਆਪਣੀ ਮਾਂ ਨੂੰ ਸੁਣਾਏ, ਤੇ ਆਪਣੀ ਮਾਂ ਨੂੰ ਆਪਣੇ ਘਰ ਲੈ ਆਈ। ਬਾਕੀ ਜ਼ਿੰਦਗੀ ਆਪਣੇ ਪਤੀ ਤੇ ਆਪਣੀ ਮਾਂ ਨਾਲ ਬਤੀਤ ਕੀਤੀ, ਤੇ ਅੱਜ ਮੈਨੂੰ ਮੇਰੇ ਪਤੀ ਦੇ ਪਿਆਰ ਦੇ ਨਾਲ ਮਾਂ ਦਾ ਪਿਆਰ ਵੀ ਮਿਲ ਰਿਹਾ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇ ਪੰਜਾਬੀ ਆਵਾਜ਼ ਕਹਾਣੀਆਂ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ।